ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਵੇਖ ਰਹੇ ਹੋ ਕਥਾ ਗੁਰਬਾਣੀ ਵਿਚਾਰ। ਪਿਆਰੀ ਸਾਧ ਸੰਗਤ ਜੀ, ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜੀਵਨ ਬਿਰਤਾਂਤ ਅੱਗੇ ਵਧਾਉਂਦੇ ਹੋਏ ਸੇਖੋਂ ਤੋਂ ਚੱਲ ਕੇ ਗੁਰੂ ਜੀ ਹੰਡਿਆਏ ਨਗਰ ਤੋਂ ਬਾਹਰ ਬੋਹੜ ਦੇ ਬ੍ਰਿਛ ਹੇਠਾਂ ਆਣ ਠਹਿਰੇ। ਉਸ ਸਮੇਂ ਉੱਥੇ ਪਿੰਡ ਦਾ ਇੱਕ ਬਿਮਾਰ ਆਦਮੀ ਲੰਮਾ ਪਿਆ ਹੋਇਆ ਸੀ। ਬੁਖਾਰ ਨਾਲ ਉਸ ਦੇ ਹੱਡ ਪੈਰ ਭੱਜ ਰਹੇ ਸਨ। ਗੁਰੂ ਜੀ ਨੇ ਪੁੱਛਿਆ, ਇਸ ਨੂੰ ਘਰ ਕਿਉਂ ਨਹੀਂ ਲੈ ਜਾਂਦੇ? ਉਸਨੇ ਘਰਦਿਆਂ ਨੇ ਕਿਹਾ, ਮਹਾਰਾਜ, ਪਿੰਡ ਵਿੱਚ ਤਾਪ ਦਾ ਬੜਾ ਜ਼ੋਰ ਹੈ, ਕੋਈ ਵਿਰਲਾ ਹੀ ਬਚਿਆ ਹੈ, ਬਹੁਤ ਲੋਕ ਅਕਾਲ ਚਲਾਣੇ ਵੀ ਕਰ ਗਏ ਹਨ। ਉੱਥੇ ਪਾਸ ਹੀ ਇੱਕ ਪਾਣੀ ਦਾ ਟੋਭਾ ਸੀ। ਗੁਰੂ ਜੀ ਨੇ ਕਿਹਾ, ਇਸ ਨੂੰ ਇਸ ਵਿੱਚ ਇਸ਼ਨਾਨ ਕਰਾਓ, ਤਾਪ ਹੁਣੇ ਹੀ ਉਤਰ ਜਾਏਗਾ। ਗੁਰੂ ਜੀ ਦਾ ਬਚਨ ਮੰਨ ਕੇ ਉਹਨਾਂ ਨੇ ਜਦ ਉਸ ਨੂੰ ਚੁੱਕ ਕੇ ਟੋਭੇ ਵਿੱਚ ਇਸ਼ਨਾਨ ਕਰਾਇਆ ਤਾਂ ਉਸ ਦਾ ਤਾਪ ਸ਼ੀਘਰ ਹੀ ਉਤਰ ਗਿਆ। ਬਿਮਾਰ ਆਦਮੀ ਰਾਜੀ ਹੋ ਕੇ ਬੈਠ ਗਿਆ। ਜਦ ਇਸ ਗੱਲ ਦਾ ਪਿੰਡ ਦੇ ਹੋਰ ਲੋਕਾਂ ਨੂੰ ਪਤਾ ਲੱਗਾ ਤਾਂ ਸਾਰੇ ਬਿਮਾਰਾਂ ਨੂੰ ਨਾਲ ਲੈ ਕੇ ਗੁਰੂ ਜੀ ਦੀ ਸ਼ਰਨ ਆਏ ਅਤੇ ਬਿਮਾਰਾਂ ਨੂੰ ਟੋਭੇ ਵਿੱਚ ਇਸ਼ਨਾਨ ਕਰਾ ਕੇ ਰਾਜੀ ਹੋ ਗਏ। ਇਹ ਕੌਤਕ ਵੇਖ ਕੇ ਸਾਰੇ ਲੋਕ ਭੇਟਾ ਲੈ ਕੇ ਗੁਰੂ ਜੀ ਦੇ ਦਰਸ਼ਨ ਕਰਨ ਆਏ ਅਤੇ ਸਤਨਾਮ ਦਾ ਉਪਦੇਸ਼ ਲੈ ਕੇ ਸਿੱਖ ਬਣ ਗਏ। ਗੁਰੂ ਜੀ ਇੱਥੇ ਇੱਕ ਧਰਮਸ਼ਾਲਾ ਬਣਾਉਣ ਦਾ ਅਤੇ ਲੰਗਰ ਚਲਾਉਣ ਦਾ ਹੁਕਮ ਕਰਕੇ ਅੱਗੇ ਨੂੰ ਚੱਲ ਗਏ। ਇਸ ਟੋਭੇ ਨੂੰ ਸੰਗਤ ਨੇ ਪੱਕਾ ਸਰੋਵਰ ਕਰ ਦਿੱਤਾ, ਜਿਸ ਦਾ ਨਾਮ ਗੁਰੂਸਰ ਪ੍ਰਸਿੱਧ ਹੈ। ਸੰਗਤ ਨੇ ਇਸ ਦੇ ਪਾਸ ਹੀ ਗੁਰੂ ਜੀ ਦੀ ਆਗਿਆ ਅਨੁਸਾਰ ਧਰਮਸ਼ਾਲਾ ਤਿਆਰ ਕਰਵਾ ਦਿੱਤੀ। ਹੰਡਿਆਏ ਤੋਂ ਚੱਲ ਕੇ ਗੁਰੂ ਜੀ 2 ਕੋਹਾਂ ਅਤੇ ਪਿੰਡ ਸੋਹੀਵਾਲ ਅਤੇ ਕੈਲ ਤੋਂ ਢਿਲਵੀ ਆ ਗਏ। ਢਿਲਵੀ ਆਣ ਕੇ ਆਪ ਜੀ ਨੇ ਇੱਕ ਚੰਗਾ ਅਸਥਾਨ ਵੇਖ ਕੇ ਡੇਰਾ ਕਰ ਲਿਆ। ਦੂਸਰੇ ਦਿਨ ਇੱਕ ਪੂਰਬ ਕੱਤਕ ਦੀ ਪੁੰਨਿਆ ਸੀ। ਆਪ ਜੀ ਨੇ ਇਸ ਨੂੰ ਚੰਗਾ ਦਿਨ ਵਿਚਾਰ ਕੇ 7100 ਗਊਆਂ ਮੰਗਵਾਈਆਂ ਅਤੇ ਇੱਕ ਤਪੇ ਨੂੰ ਜੋ ਗਊਆਂ ਪਾਲਦਾ ਸੀ ਦਾਨ ਕਰ ਦਿੱਤੀਆਂ। ਜਿਸ ਸਮੇਂ ਗੁਰੂ ਜੀ ਨੇ ਗਊ ਦਾਨ ਸੰਕਲਪ ਕਰਕੇ ਚੂਲੀ ਛੱਡੀ ਤਾਂ ਤਪੇ ਦਾ ਰੰਗ ਕਾਲਾ ਹੋ ਗਿਆ। ਤਦ ਤਪੇ ਨੇ ਬੇਨਤੀ ਕੀਤੀ, ਮਹਾਰਾਜ, ਮੇਰਾ ਇਹ ਕਸ਼ਟ ਦੂਰ ਕਰੋ, ਮੈਂ ਕਰੂਪ ਹੋ ਗਿਆ ਹਾਂ। ਤਦ ਗੁਰੂ ਜੀ ਨੇ ਉਸ ਦੇ ਸਿਰ ਉੱਤੇ ਹੱਥ ਰੱਖ ਕੇ ਉਸ ਦਾ ਕਾਲਾ ਰੰਗ ਪਹਿਲੇ ਵਰਗਾ ਹੀ ਸਧਾਰਨ ਕਰ ਦਿੱਤਾ। ਉਪਰੰਤ ਗੁਰੂ ਜੀ ਨੇ ਬੜਾ ਭਾਰਾ ਯੱਗ ਕੀਤਾ, ਜਿਸ ਵਿੱਚ ਸਭ ਨੂੰ ਕੜਾਹ ਪੂਰੀ ਅਤੇ ਨਾਨਾ ਪ੍ਰਕਾਰ ਦੇ ਭੋਜਨ ਛਕਾਏ। ਬ੍ਰਾਹਮਣਾਂ ਨੂੰ ਦਸ਼ਨਾ ਦਿੱਤੀਆਂ। ਢਿਲਵਾਂ ਤੋਂ ਚੱਲ ਕੇ ਗੁਰੂ ਜੀ ਪੰਧੇਰ ਪਿੰਡ ਆਏ, ਪਰ ਇੱਥੇ ਅਸ਼ਰਧਕ ਲੋਕ ਵੇਖ ਕੇ ਗੁਰੂ ਜੀ ਨੇ ਅੱਗੇ ਪਿੰਡ ਅਲੀ ਸ਼ੇਰ ਜਾ ਡੇਰਾ ਕੀਤਾ। ਪਿੱਛੋਂ ਜਦ ਪੰਧੇਰ ਦੇ ਲੋਕਾਂ ਨੂੰ ਪਤਾ ਲੱਗਾ ਕਿ ਗੁਰੂ ਜੀ ਹੰਡਿਆਏ ਪਿੰਡ ਵਿੱਚੋਂ ਤਾਪ ਦੀ ਬਿਮਾਰੀ ਦੂਰ ਕਰ ਆਏ ਹਨ ਤਾਂ ਉਹ ਵੀ ਸਾਰੇ ਸਲਾਹ ਕਰਕੇ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਤਿਆਰ ਹੋ ਗਏ। ਭੇਟਾ ਦੇਣ ਵਾਸਤੇ ਇਹਨਾਂ ਨੇ ਇੱਕ ਟਕਾ ਇਕੱਠਾ ਕਰਕੇ ਇੱਕ ਥੈਲੀ ਭਰ ਲਈ ਅਤੇ ਨਾਲ ਇੱਕ ਰੋੜੀ ਗੁੜ ਦੀ ਲੈ ਕੇ ਅਲੀ ਸ਼ੇਰ ਨੂੰ ਤੁਰ ਪਏ। ਰਸਤੇ ਵਿੱਚ ਇਹਨਾਂ ਨੂੰ ਅੱਗੇ ਗੁਰੂ ਜੀ ਪਾਸੋਂ ਆਉਂਦਾ ਇੱਕ ਸਿੱਖ ਮਿਲਿਆ। ਇਹਨਾਂ ਨੇ ਉਸ ਨੂੰ ਪੁੱਛਿਆ ਕਿ ਗੁਰੂ ਜੀ ਕਿਸ ਭੇਟਾ ਉੱਤੇ ਪ੍ਰਸੰਨ ਹੋ ਕੇ ਦਰਸ਼ਨ ਦਿੰਦੇ ਹਨ। ਸਿੱਖ ਨੇ ਕਿਹਾ, ਗੁਰੂ ਜੀ ਸਦਾ ਹੀ ਪ੍ਰਸੰਨ ਹੋ ਕੇ ਦਰਸ਼ਨ ਦਿੰਦੇ ਹਨ, ਭਾਵੇਂ ਕੋਈ ਕੁਛ ਦੇਵੇ ਅਤੇ ਭਾਵੇਂ ਕੁਛ ਨਾ ਦੇਵੇ। ਸਗੋਂ ਗੁਰੂ ਜੀ ਆਪਣੇ ਪਾਸੋਂ ਹਰ ਇੱਕ ਨੂੰ ਪ੍ਰਸ਼ਾਦ ਦਿੰਦੇ ਹਨ। ਇਹ ਗੱਲ ਸੁਣ ਕੇ ਇਹ ਲੋਕ ਬੜੇ ਖੁਸ਼ ਹੋਏ ਅਤੇ ਇਹ ਸਲਾਹ ਕੀਤੀ ਕਿ ਜੇਕਰ ਗੁਰੂ ਜੀ ਭੇਟਾ ਤੋਂ ਬਿਨਾਂ ਹੀ ਪ੍ਰਸੰਨ ਹੋ ਕੇ ਦਰਸ਼ਨ ਦੇ ਦਿੰਦੇ ਹਨ ਤਾਂ ਫਿਰ ਗੁੜ ਦੀ ਰੋੜੀ ਭੇਟਾ ਕਰਨ ਦਾ ਕੀ ਲਾਭ। ਇਹ ਸਲਾਹ ਕਰਕੇ ਉਹਨਾਂ ਨੇ ਗੁੜ ਦੀ ਰੋੜੀ ਆਪਸ ਵਿੱਚ ਵੰਡ ਕੇ ਖਾ ਲਈ ਅਤੇ ਪੈਸਿਆਂ ਦੀ ਥੈਲੀ ਇੱਕ ਟੋਆ ਕੱਢ ਕੇ ਦੱਬ ਦਿੱਤੀ ਕਿ ਗੁਰੂ ਜੀ ਤੋਂ ਵਾਪਸ ਆਉਂਦੇ ਹੋਏ ਲੈ ਜਾਵਾਂਗੇ। ਉਪਰੰਤ ਗੁਰੂ ਜੀ ਪਾਸ ਜਾ ਕੇ ਬੜੇ ਪ੍ਰੇਮ ਨਾਲ ਮੱਥਾ ਟੇਕਿਆ ਅਤੇ ਫਿਰ ਆਪੋ ਆਪਣੀਆਂ ਮੰਗਾਂ, ਕੋਈ ਦੁੱਧ, ਕੋਈ ਪੁੱਤ, ਕੋਈ ਰਿਜ਼ਕ ਅਤੇ ਕੋਈ ਇਸਤਰੀ ਪੁੱਤਰ ਦਾ ਸੁੱਖ ਮੰਗੇ। ਗੁਰੂ ਜੀ ਨੇ ਬਚਨ ਕੀਤਾ, ਭਾਈ, ਇਹ ਗੁਰੂ ਨਾਨਕ ਜੀ ਦਾ ਘਰ ਹੈ। ਜੈਸੀ ਸ਼ਰਧਾ ਨਾਲ ਕੋਈ ਆਉਂਦਾ ਹੈ ਵੈਸੀ ਹੀ ਉਸ ਨੂੰ ਮੁਰਾਦ ਮਿਲਦੀ ਹੈ। ਇਹ ਉੱਤਰ ਸੁਣ ਕੇ ਉਹ ਮੱਥਾ ਟੇਕ ਕੇ ਚਲੇ ਗਏ।
ਪਿੰਡ ਅਲੀਸ਼ੇਰ ਵਾਲਿਆਂ ਨੇ ਵੀ ਜਦ ਸਲਾਹ ਕੀਤੀ ਕਿ ਗੁਰੂ ਜੀ ਨੂੰ ਭੇਟਾ ਕੀ ਦੇਣੀ ਚਾਹੀਦੀ ਹੈ, ਤਾਂ ਇੱਕ ਨੇ ਕਿਹਾ, ਪੰਧੇਰਾ ਦੇ ਲੋਕ ਗੁਰੂ ਜੀ ਪਾਸ ਆਏ ਹੋਏ ਹਨ, ਉਹਨਾਂ ਤੋਂ ਪੁੱਛ ਲਵੋ ਕਿ ਉਹਨਾਂ ਨੇ ਕੀ ਭੇਟਾ ਦਿੱਤੀ ਹੈ। ਜਦ ਪੰਧੇਰੀਆਂ ਨੂੰ ਮਿਲ ਕੇ ਪੁੱਛਿਆ ਤਾਂ ਉਹਨਾਂ ਨੇ ਕਿਹਾ, ਅਸੀਂ ਗੁਰੂ ਜੀ ਨੂੰ ਕੁਝ ਵੀ ਭੇਟਾ ਨਹੀਂ ਕੀਤੀ। ਗੁਰੂ ਜੀ ਨੇ ਸਾਨੂੰ ਖੁਸ਼ ਹੋ ਕੇ ਦਰਸ਼ਨ ਅਤੇ ਪ੍ਰਸ਼ਾਦ ਦਿੱਤਾ ਹੈ। ਇਹ ਗੱਲ ਸੁਣ ਕੇ ਅਲੀਸ਼ੇਰ ਵਾਲੇ ਵੀ ਖੁਸ਼ ਹੋ ਗਏ ਅਤੇ ਖਾਲੀ ਹੱਥ ਹੀ ਜਾ ਕੇ ਗੁਰੂ ਜੀ ਨੂੰ ਨਿਉ ਕੇ ਮੱਥੇ ਟੇਕੇ ਅਤੇ ਗੁਰੂ ਜੀ ਤੋਂ ਪ੍ਰਸ਼ਾਦ ਲੈ ਕੇ ਖਾਲੀ ਹੀ ਬਿਨਾਂ ਕਿਸੇ ਮੁਰਾਦ ਪੂਰੀ ਕੀਤੇ ਘਰਾਂ ਨੂੰ ਚਲੇ ਗਏ। ਅਲੀਸ਼ੇਰ ਤੋਂ ਗੁਰੂ ਜੀ ਜੋਗੇ ਪਿੰਡ ਗਏ। ਇੱਥੋਂ ਦੇ ਲੋਕ ਜਦ ਗੁਰੂ ਜੀ ਦੇ ਦਰਸ਼ਨ ਕਰਨ ਆਏ ਤਾਂ ਆਪ ਜੀ ਨੇ ਭੁਪਾਲਾ ਪਿੰਡ ਜਾ ਡੇਰਾ ਕੀਤਾ ਅਤੇ ਰਾਤ ਬਤੀਤ ਕਰਕੇ ਖੀਵਾ ਕਲਾਂ ਜਾ ਠਹਿਰੇ। ਇਸ ਪਿੰਡ ਦਾ ਇੱਕ ਕਿਸਾਨ ਸਿੰਘਾ ਗੁਰੂ ਜੀ ਦੇ ਰੋਜ਼ ਦਰਸ਼ਨ ਕਰਨ ਆਉਂਦਾ ਅਤੇ 2-3 ਘੜੀਆਂ ਬੈਠਾ ਰਹਿੰਦਾ। ਇੱਕ ਦਿਨ ਜਦ ਉਹ ਮੱਥਾ ਟੇਕ ਕੇ ਝਟਪਟ ਹੀ ਉੱਠ ਕੇ ਚੱਲਿਆ ਤਾਂ ਗੁਰੂ ਜੀ ਨੇ ਪੁੱਛਿਆ, ਅੱਜ ਕਿਉਂ ਛੇਤੀ ਉੱਠ ਚੱਲਿਆ ਹੈ? ਸਿੰਘਾ ਨੇ ਕਿਹਾ, ਗੁਰੂ ਜੀ ਅੱਜ ਇੱਕ ਦੇ ਘਰ ਸਗਾਈ ਹੈ, ਉੱਥੇ ਸਭ ਨੂੰ ਗੁੜ ਮਿਲਣਾ ਹੈ, ਮੈਂ ਉੱਥੋਂ ਆਪਣਾ ਵਰਤਾਰਾ ਲੈਣ ਵਾਸਤੇ ਚੱਲਿਆ ਹਾਂ। ਗੁਰੂ ਜੀ ਨੇ ਬਚਨ ਕੀਤਾ, ਤੂੰ ਸਿਦਕ ਨਾਲ ਬੈਠਾ ਰਹੋ, ਤੈਨੂੰ ਘਰ ਬੈਠੇ ਨੂੰ ਹੀ ਵਰਤਾਰੋ ਆ ਜਾਇਆ ਕਰਨਗੇ। ਗੁਰੂ ਜੀ ਦਾ ਬਚਨ ਮੰਨ ਕੇ ਸਿੰਘਾ ਉੱਥੇ ਬੈਠਾ ਰਿਹਾ। ਉਧਰ ਜਿਸ ਦੇ ਘਰ ਸਗਾਈ ਸੀ ਉਸ ਨੂੰ ਜਦ ਪਤਾ ਲੱਗਾ ਕਿ ਸਿੰਘਾ ਗੁਰੂ ਜੀ ਪਾਸ ਬੈਠਾ ਹੈ ਤਾਂ ਪਿੰਡ ਦੇ ਚੌਧਰੀ ਨੇ ਕਿਹਾ, ਸਾਧ ਸੰਤ ਪਾਸ ਜਾਣਾ ਚੰਗੀ ਗੱਲ ਹੈ, ਅੱਗੇ ਤੋਂ ਤੁਸੀਂ ਉਸ ਨੂੰ 2 ਵਰਤਾਰੇ ਦਿਆ ਕਰੋ, ਜੇ ਆਪ ਲੈਣ ਨਾ ਆਵੇ ਤਾਂ ਉਸ ਦੇ ਘਰ ਦਿਆ ਕਰੋ। ਉਸ ਦਿਨ ਤੋਂ ਸਿੰਘਾਂ ਨੂੰ 2 ਵਰਤਾਰੇ ਮਿਲਣ ਲੱਗੇ। ਸਿੰਘਾਂ ਤੋਂ ਬਿਨਾਂ ਇਸ ਪਿੰਡ ਦਾ ਹੋਰ ਕੋਈ ਵੀ ਆਦਮੀ ਗੁਰੂ ਜੀ ਦੇ ਦਰਸ਼ਨ ਕਰਨ ਨਾ ਆਇਆ। ਖੀਵਾ ਕਲਾਂ ਤੋਂ ਚੱਲ ਕੇ ਗੁਰੂ ਜੀ 1-2 ਅਸਥਾਨਾਂ ਤੇ ਡੇਰਾ ਕਰਕੇ ਸਿੱਖ ਸੰਗਤਾਂ ਨੂੰ ਨਿਹਾਲ ਕਰਦੇ ਹੋਏ ਭਿੱਖੀਵਿੰਡ ਆ ਗਏ। ਇੱਥੇ ਇੱਕ ਚਾਹਲ ਗੋਤ ਦਾ ਦੇਸੂ ਸਰਦਾਰ ਰਹਿੰਦਾ ਸੀ। ਇਹ ਸਰਵਰ ਦਾ ਚੇਲਾ ਸੀ। ਇੱਕ ਦਿਨ ਕੁਝ ਸਿੱਖਾਂ ਦੀ ਪ੍ਰੇਰਨਾ ਕਰਕੇ ਇਹ ਗੁਰੂ ਜੀ ਦੇ ਦਰਸ਼ਨ ਕਰਨ ਆਇਆ ਤਾਂ ਸਰਵਰ ਦੀ ਖੁੰਡੀ ਗਲ ਵਿੱਚ ਪਈ ਹੋਈ ਸੀ ਅਤੇ ਹੋਰ ਭੇਸ ਵੀ ਸਰਵਰੀਆਂ ਵਾਲਾ ਧਾਰਨ ਕੀਤਾ ਹੋਇਆ ਸੀ। ਗੁਰੂ ਜੀ ਨੇ ਪੁੱਛਿਆ, ਦੇਸੂ ਸਰਦਾਰ, ਤੂੰ ਇਹ ਕੀ ਭੇਸ ਧਾਰਿਆ ਹੈ? ਦੇਸੂ ਨੇ ਕਿਹਾ, ਮਹਾਰਾਜ, ਮੈਂ ਸੁਲਤਾਨ ਸਰਵਰ ਦਾ ਚੇਲਾ ਹਾਂ, ਜਿਸ ਦੀ ਕਿਰਪਾ ਨਾਲ ਦੁੱਧ ਪੁੱਤ ਧਨ ਦੌਲਤ ਸਭ ਕੁਝ ਪ੍ਰਾਪਤ ਹੈ। ਗੁਰੂ ਜੀ ਨੇ ਕਿਹਾ, ਤੁਰਕ ਦਾ ਸੇਵਕ ਬਣ ਕੇ ਤੂੰ ਆਪਣਾ ਜਨਮ ਬਿਰਥਾ ਨਾ ਗਵਾ, ਇਹ ਭੇਸ ਛੱਡ ਕੇ ਸਿੱਖੀ ਬਾਣਾ ਧਾਰਨ ਕਰ। ਦੇਸੂ ਨੇ ਕਿਹਾ, ਮਹਾਰਾਜ, ਆਪ ਜੀ ਦਾ ਦਰਸ਼ਨ ਕਰਕੇ ਮੇਰਾ ਮਨ ਪ੍ਰੇਰਿਆ ਗਿਆ ਹੈ, ਆਪ ਕਿਰਪਾ ਕਰਕੇ ਮੈਨੂੰ ਆਪਣਾ ਸਿੱਖ ਬਣਾ ਲਵੋ, ਪਰ ਮੇਰੀ ਸਰਦਾਰੀ ਇਸ ਤਰ੍ਹਾਂ ਹੀ ਬਣੀ ਰਹੇ ਅਤੇ ਮੇਰੇ ਪਰਿਵਾਰ ਵਿੱਚ ਸੁਖ ਬਣਿਆ ਰਹੇ। ਗੁਰੂ ਜੀ ਨੇ ਬਚਨ ਕੀਤਾ, ਸਖੀ ਸਰਵਰ ਦੀ ਮੰਨਤ ਅਤੇ ਭੇਸ ਤਿਆਗ ਕਰਕੇ ਤੂੰ ਇੱਕ ਧਰਮਸ਼ਾਲਾ ਬਣਵਾ, ਸਤ ਸੰਗਤ ਕਰਿਆ ਕਰ, ਲੰਗਰ ਚਲਾਉਣਾ, ਸਤਨਾਮ ਦਾ ਜਾਪ ਅਤੇ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦਾ ਧਿਆਨ ਧਰਨਾ, ਤੇਰੀ ਸਰਦਾਰੀ ਵੀ ਬਣੀ ਰਹੇਗੀ ਅਤੇ ਘਰ ਵਿੱਚ ਸੁਖ ਵੀ ਰਹੇਗਾ। ਗੁਰੂ ਜੀ ਦਾ ਬਚਨ ਮੰਨ ਕੇ ਦੇਸੂ ਨੇ ਉਸੇ ਸਮੇਂ ਸਖੀ ਸਰਵਰ ਦੀ ਖੁੰਡੀ ਗਲ ਵਿੱਚੋਂ ਲਾਹ ਦਿੱਤੀ ਅਤੇ ਭੇਸ ਤਿਆਗ ਦਿੱਤਾ। ਗੁਰੂ ਜੀ ਨੇ ਪ੍ਰਸੰਨ ਹੋ ਕੇ ਉਸ ਨੂੰ 5 ਤੀਰ ਦਿੱਤੇ ਅਤੇ ਕਿਹਾ, ਇਹਨਾਂ ਨੂੰ ਆਪਣੇ ਪਾਸ ਰੱਖੋ, ਸਾਰੇ ਵੀਰ ਤੇਰੇ ਪਾਸ ਹਾਜ਼ਰ ਰਹਿਣਗੇ, ਕੋਈ ਦੁਸ਼ਮਣ ਤੇਰੇ ਅੱਗੇ ਨਹੀਂ ਅਟਕੇਗਾ। ਇਹ ਵਰ ਲੈ ਕੇ ਦੇਸੂ ਨੇ ਖੁਸ਼ ਹੋ ਕੇ ਗੁਰੂ ਜੀ ਦੀ ਹਰ ਪ੍ਰਕਾਰ ਦੀ ਸੇਵਾ ਬੜੇ ਪ੍ਰੇਮ ਨਾਲ ਕੀਤੀ। ਇੱਥੇ ਗੁਰੂ ਜੀ 10 ਦਿਨ ਟਿਕੇ। ਦੇਸੂ ਸਰਦਾਰ ਨੂੰ ਵੇਖ ਕੇ ਪਿੰਡ ਦੇ ਕਈ ਲੋਕਾਂ ਨੇ ਵੀ ਗੁਰਸਿੱਖੀ ਧਾਰਨ ਕਰ ਲਈ। ਉਪਰੰਤ ਦੇਸੂ ਨੇ ਆਪਣੀ ਇਸਤਰੀ ਦੇ ਆਖੇ ਲੱਗ ਕੇ ਗੁਰੂ ਜੀ ਦੇ ਬਖਸ਼ੇ ਹੋਏ 5 ਤੀਰ ਤੋੜ ਕੇ ਸੁੱਟ ਦਿੱਤੇ ਅਤੇ ਸਰਵਰ ਪੀਰ ਦੇ ਚਿੰਨ ਖੁੰਡੀ ਆਦਿਕ ਫੇਰ ਗਲ ਪਾ ਲਈ। ਇਸ ਗੱਲ ਦਾ ਜਦ ਗੁਰੂ ਜੀ ਨੂੰ ਪਤਾ ਲੱਗਾ ਤਾਂ ਆਪ ਜੀ ਨੇ ਬਚਨ ਕੀਤਾ, ਅਸਾਂ ਉਸ ਨੂੰ 5 ਪੀਰਾਂ ਦੀ ਥਾਪਨਾ ਵਾਲੇ 5 ਤੀਰ ਦਿੱਤੇ ਸਨ। ਉਸ ਨੇ ਉਹ ਆਪਣੀ ਇਸਤਰੀ ਦੇ ਆਖੇ ਲੱਗ ਕੇ ਭੰਨ ਕੇ ਮੂਰਖਤਾ ਕੀਤੀ ਹੈ। ਉਸ ਨੇ ਆਪਣਾ ਸਰਬੰਸ ਨਾਸ ਕਰ ਲਿਆ ਹੈ। ਕੁਝ ਸਮੇਂ ਉਪਰੰਤ ਗੁਰੂ ਜੀ ਦੇ ਵਾਕ ਸੱਤ ਹੋਏ ਅਤੇ ਦੇਸੂ ਦੀ ਸਾਰੀ ਕੁੱਲ ਨਾਸ ਹੋ ਗਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰੀ ਸਾਧ ਸੰਗਤ ਜੀ, ਜੇਕਰ ਤੁਹਾਨੂੰ ਇਹ ਕਥਾ ਚੰਗੀ ਲੱਗੀ ਹੋਵੇ
ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ। ਹੋਰ ਨਵੀਆਂ ਵੀਡੀਓਜ਼ ਦੀ ਅਪਡੇਟ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।